Hello students, next video for computer applications. बेटा जी पहले वाली वीडियोज़ ਦੇ ਵਿੱਚ ਮੈਂ ਜਨਰੇਸ਼ਨ ਸੈਂਡ ਕੀਤੀਆਂ ਸੀ ਜਿਹਦੇ ਵਿੱਚ ਫਰਸਟ ਜਨਰੇਸ਼ਨ ਆਪਾਂ ਡਿਸਕਸ ਕਰ ਚੁੱਕੇ ਹਾਂ। ਸੈਕਿੰਡ ਜਨਰੇਸ਼ਨ ਮੈਂ ਹੁਣ ਤੁਹਾਨੂੰ ਕਰਵਾ ਰਹੀ ਹਾਂ। ਸੈਕਿੰਡ ਜਨਰੇਸ਼ਨ ਸਟਾਰਟਿੰਗ ਫਰੋਮ 1955 ਟੂ 1964। ਜਿਸ ਤਰ੍ਹਾਂ ਫਰਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬਸ ਯੂਜ਼ ਹੁੰਦੀਆਂ ਸੀ ਤਾਂ ਹੁਣ ਸੈਕਿੰਡ ਜਨਰੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਟ੍ਰਾਂਜ਼ਿਸਟਰਸ ਯੂਜ਼ ਹੋਣੇ ਸ਼ੁਰੂ ਹੋ ਗਏ ਕਿ ਵੈਕਿਊਮ ਟਿਊਬਸ ਦੀ ਜਗ੍ਹਾ ਤੇ ਟ੍ਰਾਂਜ਼ਿਸਟਰਸ ਆ ਗਏ। ਠੀਕ ਹੈ, ਇਸ ਜਨਰੇਸ਼ਨ ਦੇ ਵਿੱਚ ਕੀ ਹੋਇਆ ਕਿ ਵੈਕਿਊਮ ਟਿਊਬਸ ਦੀ ਜਗ੍ਹਾ ਕਿਹਨਾਂ ਨੇ ਲਿੱਤੀ ਹੈ, ਟ੍ਰਾਂਜ਼ਿਸਟਰਸ ਨੇ। ਟ੍ਰਾਂਜ਼ਿਸਟਰਸ ਦਾ ਸਾਈਜ਼ ਐਜ਼ ਕੰਪੇਅਰ ਟੂ ਵੈਕਿਊਮ ਟਿਊਬ ਸਮਾਲ ਸੀਗਾ, ਜਿਹਦੇ ਨਾਲ ਆਪਾਂ ਨੂੰ ਲੈਸ ਸਪੇਸ ਮਤਲਬ ਉਹਨੂੰ ਇੰਸਟਾਲ ਕਰਨਾ ਈਜ਼ੀ ਸੀ ਔਰ ਉਹਦੇ ਲਈ ਲੈਸਰ ਸਪੇਸ ਰਿਕੁਆਇਰਡ ਸੀ ਕਿਉਂਕਿ ਇਹ ਕੰਪਿਊਟਰ ਜਿਹੜੇ ਸੀ ਉਹ ਫਰਸਟ ਜਨਰੇਸ਼ਨ ਕੰਪਿਊਟਰ ਦੇ ਨਾਲੋਂ ਸਾਈਜ਼ ਦੇ ਵਿੱਚ ਕੁਝ ਸਮਾਲ ਸੀਗੇ। ਠੀਕ ਹੈ, ਦੈਨ ਇਹਦੇ ਵਿੱਚ ਬਿਕੋਜ਼ ਦਾ ਵੈਕਿਊਮ ਟਿਊਬਸ ਕੰਜ਼ਿਊਮ ਦਾ ਹਾਈ ਇਲੈਕਟ੍ਰਿਸਿਟੀ ਔਰ ਉਹ ਹੀਟ ਵੀ ਜ਼ਿਆਦਾ ਜਨਰੇਟ ਹੁੰਦੀ ਸੀ। ਲੇਕਿਨ ਜਿਹੜੇ ਸੈਕਿੰਡ ਸਟੇਜ ਟ੍ਰਾਂਜ਼ਿਸਟਰ ਸੈਕਿੰਡ ਸਟੇਜ ਜਾਂ ਸੈਕਿੰਡ ਜਨਰੇਸ਼ਨ ਕੰਪਿਊਟਰ ਹੈ ਉਹਨਾਂ ਦੇ ਵਿੱਚ ਟ੍ਰਾਂਜ਼ਿਸਟਰ ਯੂਜ਼ ਹੋਣ ਦੇ ਨਾਲ ਜਿਹੜੀ ਆਪਣੀ ਹੀਟ ਜਨਰੇਸ਼ਨ ਆ ਉਹ ਲੈਸ ਹੋ ਗਈ ਕਿਉਂਕਿ ਇਹਨਾਂ ਦਾ ਸਾਈਜ਼ ਘੱਟ ਸੀ ਔਰ ਇਹ ਇਲੈਕਟ੍ਰਿਸਿਟੀ ਘੱਟ ਕੰਜ਼ਿਊਮ ਕਰਦੇ ਸੀ ਔਰ ਇਹਦੇ ਨਾਲ ਜਿਹੜਾ ਹੀਟ ਜਨਰੇਸ਼ਨ ਵੀ ਘੱਟ ਗਿਆ ਔਰ ਏਸੀ ਦੀ ਰਿਕੁਆਇਰਮੈਂਟ ਉਨੀ ਜ਼ਿਆਦਾ ਨਹੀਂ ਰਹੀ। ਏਸੀ ਰਿਕੁਆਇਰਡ ਸੀ ਬਟ ਜਿੰਨਾ ਜ਼ਿਆਦਾ ਇਸ ਹੀਟ ਫਰਸਟ ਜਨਰੇਸ਼ਨ ਦੇ ਵਿੱਚ ਹੁੰਦੀ ਸੀ ਇੱਥੇ ਉਨੀ ਜ਼ਿਆਦਾ ਹੀਟ ਜਨਰੇਸ਼ਨ ਨਹੀਂ ਸੀ। ਠੀਕ ਹੈ, ਦੈਨ ਹੋਰ ਕੀ ਇੰਪਰੂਵਮੈਂਟ ਹੋਈ ਐਜ਼ ਕੰਪੇਅਰ ਟੂ ਫਰਸਟ ਸਟੇਜ ਇਹਦੇ ਵਿੱਚ ਮੈਗਨੇਟਿਕ ਟੇਪ ਯੂਜ਼ ਹੋਣਾ ਸ਼ੁਰੂ ਹੋ ਗਈਆਂ ਔਰ ਜਿਹੜੀ ਕਿ ਯੂਜ਼ਡ ਐਜ਼ ਅ ਸੈਕੰਡਰੀ ਸਟੋਰੇਜ ਕੈਪੈਸਿਟੀ ਇੰਕਰੀਜ਼ ਹੋ ਗਈ, ਸਪੀਡ ਦੇ ਵਿੱਚ ਕੁਝ ਇੰਕਰੀਮੈਂਟ ਆਇਆ। ਠੀਕ ਹੈ, ਦੇ ਕੰਜ਼ਿਊਮ ਦਾ ਲੈਸ ਪਾਵਰ ਕੰਜ਼ਿਊਮ ਕਰਨ ਕਰਕੇ ਹੀ ਜਿਹੜਾ ਮੈਂ ਤੁਹਾਨੂੰ ਐਜ਼ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਹੀਟ ਜਨਰੇਸ਼ਨ ਘੱਟ ਹੋਈ। ਠੀਕ ਹੈ, ਔਰ ਇਹ ਜਿਹੜੇ ਸੈਕਿੰਡ ਜਨਰੇਸ਼ਨ ਕੰਪਿਊਟਰ ਸੀਗੇ ਹਾਈਲੀ ਰਿਲਾਇਬਲ ਸੀ ਬਿਕੋਜ਼ ਇਹਦੇ ਵਿੱਚ ਹਾਰਡਵੇਅਰ ਫੇਲੀਅਰ ਦੇ ਚਾਂਸਿਸ ਬਹੁਤ ਘੱਟ ਸੀ ਐਜ਼ ਕੰਪੇਅਰ ਟੂ ਫਰਸਟ ਜਨਰੇਸ਼ਨ ਕੰਪਿਊਟਰ ਐਂਡ ਦ ਸਪੀਡ ਇਜ਼ 10 times faster than the first generation computer। ਠੀਕ ਹੈ, ਔਰ ਇਹਨਾਂ ਕੰਪਿਊਟਰਸ ਦੀ ਜਿਹੜੀ ਸਪੀਡ ਵੀ ਜ਼ਿਆਦਾ ਸੀ, ਇਨਪੁਟ ਆਊਟਪੁੱਟ ਆਪਰੇਸ਼ਨਸ ਦੀ ਸਪੀਡ ਵੀ ਜ਼ਿਆਦਾ ਸੀ, ਹੀਟ ਜਨਰੇਸ਼ਨ ਘੱਟ ਸੀ। ਠੀਕ ਹੈ, ਔਰ ਕੁਝ ਐਡਵਾਂਟੇਜਸ ਨੈਚੁਰਲੀ ਆਪਾਂ ਉਹੀ ਲਿਖਾਂਗੇ, ਫਰਸਟ ਨਾਲ ਕੰਪੇਅਰ ਕਰਾਂਗੇ। ਸਾਈਜ਼ ਸਮਾਲ ਹੋ ਗਿਆ, ਠੀਕ ਹੈ, ਰਿਲਾਇਬਿਲਿਟੀ ਇੰਕਰੀਜ਼ ਹੋ ਗਈ, ਸਪੀਡ ਇੰਕਰੀਜ਼ ਹੋ ਗਈ ਔਰ ਈਜ਼ੀ ਟੂ ਇੰਸਟਾਲ, ਲੈਸ ਹੀਟ ਜਨਰੇਸ਼ਨ, use of transistors। ठीक है, and use peripheral devices। ठीक है, accuracy improved। ਤਾਂ ਇਹ ਸਾਰੇ ਦੇ ਐਡਵਾਂਟੇਜਸ ਸੀ। ਠੀਕ ਹੈ, ਇਸ ਸਟੇਜ ਦੇ ਡਿਸਐਡਵਾਂਟੇਜ ਕੀ ਸੀ? ਕੂਲਿੰਗ ਸਿਸਟਮ ਵਾਜ਼ ਰਿਕੁਆਇਰਡ, ਮਤਲਬ ਏਸੀ ਵੀ ਰਿਕੁਆਇਰਡ ਸੀਗਾ। ਠੀਕ ਹੈ, ਕੌਨਸਟੈਂਟ ਮੇਨਟੇਨੈਂਸ ਵਾਜ਼ ਰਿਕੁਆਇਰਡ, ਉਹ ਤਾਂ ਹਰ ਜਗ੍ਹਾ ਤੇ ਫਰਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ ਵੀ ਸੀ। ਬਹੁਤ ਸਿੰਪਲ ਪੁਆਇੰਟਸ ਨੇ, ਕਾਸਟਲੀ ਨਾਟ ਵਰਸੇਟਾਈਲ, ਮਤਲਬ ਇਹ ਕੰਪਿਊਟਰਸ ਵੀ ਉਸ ਟਾਈਮ ਕਾਸਟਲੀ ਹੀ ਸੀ, ਹਰ ਕੋਈ ਇਹਨਾਂ ਨੂੰ ਅਫੋਰਡ ਨਹੀਂ ਕਰ ਸਕਦਾ ਸੀਗਾ। ਠੀਕ ਹੈ, ਔਰ ਵਰਸੇਟਾਈਲ ਮਤਲਬ ਹਰ ਤਰ੍ਹਾਂ ਦੇ ਐਟਮੋਸਫੇਅਰ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਸੀ। ਓਨਲੀ ਯੂਜ਼ ਫॉर द ਸਪੈਸੀਫਿਕ ਪਰਪਸ, ਪੰਚ ਕਾਰਡ ਹੀ ਇਹਦੇ ਵਿੱਚ ਇਨਪੁਟ ਲਈ ਯੂਜ਼ ਹੁੰਦੇ ਸੀ। ਠੀਕ ਹੈ, ਦੈਨ ਉਸ ਤੋਂ ਬਾਅਦ ਆਈ ਆਪਣੇ ਕੋਲ ਥਰਡ ਜਨਰੇਸ਼ਨ ਫਰੋਮ 1964 ਟੂ 1975। ਹੁਣ ਇਸ ਜਗ੍ਹਾ ਦੇ ਵਿੱਚ ਟ੍ਰਾਂਜ਼ਿਸਟਰਸ ਦੀ ਜਗ੍ਹਾ ਤੇ ਯੂਜ਼ ਹੋਏ ਇੰਟੀਗ੍ਰੇਟਿਡ ਸਰਕਟਸ ਆਈਸੀਜ਼ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ। ਇੰਟੀਗ੍ਰੇਟਿਡ ਦੇ ਨਾਲ ਜਿਹੜਾ ਸਾਈਜ਼ ਹੈ ਕੰਪਿਊਟਰ ਦਾ ਹੋਰ ਵੀ ਜ਼ਿਆਦਾ ਸਮਾਲ ਹੋ ਗਿਆ। ਠੀਕ ਹੈ, ਔਰ ਇਹਨਾਂ ਦੇ ਵਿੱਚ ਜਿਹੜੀ ਹੈ ਸਟੋਰੇਜ ਕੈਪੈਸਿਟੀ ਇੰਕਰੀਜ਼ ਹੋ ਗਈ। ਮੈਗਨੇਟਿਕ ਡਿਸਕ ਯੂਜ਼ਡ ਫॉर द एक्सटर्नल स्टोरेज एंड मैक्सिमम स्टोरेज स्पेस ਅਵੇਲੇਬਲ। ਠੀਕ ਹੈ, ਔਰ ਇਹਨਾਂ ਦੇ ਵਿੱਚ ਕੀ ਹੈ, ਇਹ ਵਾਲੇ ਦ ਕੰਪਿਊਟਰਸ ਕੀਪ less power, the processing speed and from the second generation computer becomes up high ਹੋਗੀ ਸੈਕਿੰਡ। ਠੀਕ ਹੈ, ਸੈਕਿੰਡ ਜਨਰੇਸ਼ਨ ਨਾਲੋਂ। ਔਰ ਇਹਨਾਂ ਦੇ ਵਿੱਚ ਸਾਰੇ ਪੁਆਇੰਟਸ ਬੇਟਾ ਉਹੀ ਆਉਣਗੇ ਜੋ ਫਰਸਟ ਤੋਂ ਸੈਕਿੰਡ 'ਤੇ ਆਏ। ਸੈਕਿੰਡ ਤੋਂ ਥਰਡ ਦੇ ਵਿੱਚ ਕਿ ਮੋਰ ਸਪੀਡ, ਮੋਰ ਸਟੋਰੇਜ, ਮੋਰ ਐਕੂਰੇਸੀ। ਠੀਕ ਹੈ, ਲੈਸ ਹੀਟ ਜਨਰੇਸ਼ਨ, ਸਮਾਲ ਸਾਈਜ਼, increase in
ਰਿਲਾਇਬਿਲਿਟੀ, ਇਹ ਸਾਰੇ ਪੁਆਇੰਟਸ ਇਹਦੇ ਵਿੱਚ ਆਉਣਗੇ। ਬਸ ਮੇਨ ਡਿਫਰੈਂਸ ਕੀ ਆ ਜਾਂਦਾ ਹੈ ਕਿ ਫਰਸਟ ਵਿੱਚ ਅਸੀਂ ਵੈਕਿਊਮ ਟਿਊਬ ਯੂਜ਼ ਕਰ ਰਹੇ ਸੀ, ਸੈਕਿੰਡ ਦੇ ਵਿੱਚ ਅਸੀਂ ਟ੍ਰਾਂਜ਼ਿਸਟਰ ਯੂਜ਼ ਕੀਤੇ, ਔਰ ਥਰਡ ਜਨਰੇਸ਼ਨ ਦੇ ਵਿੱਚ ਜਿਹੜਾ ਹੈ ਇੰਟੀਗ੍ਰੇਟਿਡ ਸਰਕਟਸ ਯੂਜ਼ ਹੋਏ। ਔਰ ਇਹਨਾਂ ਦਾ ਜਿਹੜਾ ਮੇਨ टाइप ऑफ कंप्यूटर है वो हैगे है, इन्हों की एग्जाम्पल दी हुई है बेटा जी तुहानू, ठीक है। और इस दे विच जिहड़े ये कंप्यूटर सी इन्हां विच आपां हाई लैवल लैंगुएजिज यूज़ कीतियां, पास्कल एंड बेसिक, ठीक है। ਇਹਦੇ ਐਡਵਾਂਟੇजेस एंड डिसएडवांटेजेस ਤੁਸੀਂ ਕਰ ਲੈਣੇ, ਬਿਲਕੁਲ ਸਿੰਪਲ ਪੁਆਇੰਟਸ ਨੇ, ਬਹੁਤ ਸ਼ਾਰਟ ਦਿੱਤੇ ਹੋਏ ਨੇ। ਦੈਨ ਨੈਕਸਟ ਇਜ਼ ਦਾ ਫੋਰਥ ਜਨਰੇਸ਼ਨ ਕੰਪਿਊਟਰ 1975 to 1989, ਜਿਨ੍ਹਾਂ ਨੂੰ ਮਾਈਕਰੋ ਪ੍ਰੋਸੈਸਰ ਵੀ ਕਿਹਾ ਗਿਆ ਹੈ, ਠੀਕ ਹੈ। ਹਾਈ ਸਪੀਡ ਮਾਈਕਰੋ ਪ੍ਰੋਸੈਸਰ ਵਰ ਯੂਜ਼ਡ ਐਂਡ ਦਾ ਮਿਲੀਕਨਸ ਆਫ, ਹੁਣ ਬੇਟਾ ਇਹਦੇ ਵਿੱਚ ਦੇਖੋ ਕੀ ਚੇਂਜ ਆਇਆ, ਮਿਲੀਅਨਸ ਆਫ ਦਾ ਇਲੈਕਟ੍ਰੋਨਿਕ ਕੰਪੋਨੈਂਟਸ। ਹੁਣ ਇਹਦੇ ਵਿੱਚ ਇਲੈਕਟ੍ਰੋਨਿਕ ਕੰਪੋਨੈਂਟਸ ਇੱਕੋ ਹੀ ਚਿਪ ਦੇ ਉੱਪਰ ਹੋ ਗਏ, ਸਿੰਗਲ ਮਾਈਕਰੋ ਪ੍ਰੋਸੈਸਰ ਚਿਪ, ਠੀਕ ਹੈ। ਹੁਣ ਦੇਖੋ ਜਿਵੇਂ ਤੁਸੀਂ ਦੇਖਦੇ ਹੋ ਨਾ, ਜੇ ਆਪਣਾ ਮੋਬਾਈਲ ਜਿਹੜਾ ਰਿਮੋਟ ਹੁੰਦਾ ਹੈ, ਅਗਰ ਰਿਮੋਟ ਨੂੰ ਅਸੀਂ ਓਪਨ ਕਰਦੇ ਹਾਂ ਤਾਂ ਉਹਦੇ 'ਚ ਇੱਕ ਗ੍ਰੀਨ ਕਾਰਡ ਚਿਪ ਨਜ਼ਰ ਆਉਂਦੀ ਹੈ, ਜਿਹਦੇ ਉੱਤੇ ਬਹੁਤ ਸਾਰੇ ਛੋਟੇ ਛੋਟੇ ਸਿਲੀਕॉन ਕਨੈਕਸ਼ਨਸ ਤੁਹਾਨੂੰ ਦਿਖਦੇ ਨੇ, ਠੀਕ ਹੈ। ਉਹ ਇੰਟੀਗ੍ਰੇਟਿਡ ਚਿਪ ਦੀ ਤਰ੍ਹਾਂ ਹੀ ਹੁੰਦੇ ਨੇ। ਤਾਂ ਇਹਦੇ ਵਿੱਚ ਇਹੀ ਚੀਜ਼ ਹੈ ਕਿ कई सारे कनैक्शन सानू इक्को ही चिप के उपर मिले, जिन्हों माइक्रो प्रोसैसर चिप कहते हैं। ये काफ़ी चीप और स्मॉल, बहुत ज़्यादा साइज़ भी स्मॉल हो गया है, लेस हीट जनरेशन, मोर स्पीड, मोर स्टोरेज डिवाइसिस, प्राइमरी एंड सेकेंडरी स्टोरेज डिवाइसिस। और ये ग्राफिकल यूजर इंटरफेस अनेबल हो गया। ग्राफिकल यूजर इंटरफेस मतलब असी ग्राफिकली भी काम कर सकते सी इन्हां कंप्यूटर्स के उपर। हाई लैवल लैंगुएजिज यूज हुई, ठीक है। और ये कंप्यूटर्स इनपुट आउटपुट डिवाइसिस नूं भी सपोर्ट करते सी, सारे अदर डिवाइसिस इहदे नाल आपां अटैच कर सकते सी। और नेटवर्क ऑफ द कंप्यूटर्स अनेबल्ड, शेयरिंग नेटवर्किंग पॉसिबल है, ठीक है। और ये कंप्यूटर्स बहुत ज़्यादा आपां नूं क्विक एंड फास्ट जिहड़े आपां नूं मिले, ठीक है। इन्हां दे हुण एडवांटेजिस, more powerful and reliable, small in size, cost less cost, ठीक है। fan for the heat discharging, मतलब ये अंदर ही इन्हां पीसीज दे विच ही आपां नूं फैन अवेलेबल मिलिया, जिहदे करके हीट जनरेशन नहीं हुंदी सी, उन्होंने अपने आप ही कोल्ड कर दिंदा सीगा, ठीक है। तो ये बेटे कुछ सिंपल जे पॉइंट्स है सारे, जिहड़े तुसीं अपने आप ही कर लेने, एडवांटेजेस एंड डिसएडवांटेजेस दे। एंड द लास्ट इज़ द फिफ्थ जनरेशन विच वी एज्यूम या एक्सपैक्ट इन फ्यूचर, जिहदे विच आर्टिफिशियल इंटैलीजेंस मेनली काम आई कि आने वाले टाइम दे विच आपां नूं किस तरह के कंप्यूटर्स मिलणगे, या हुण जिस तरह के कंप्यूटर्स आपां नूं कई जगह ते स्पैशल फॉर द साइंटिफिक पर्पज यूज़ हो रहे हैं, जिहदे विच कंप्यूटर की अपनी IQ है। क्योंकि हुण तक आपां जो पढ़िया आपां ही देखिया है कि कंप्यूटर की अपनी IQ नहीं है, बिकॉज कंप्यूटर सिर्फ उसी बेसिस ते काम करता है जो अपनियां जो इंस्ट्रक्शंस खुद ह्यूमन बीइंग दिंदा है, ठीक है। और ये जिहड़े हैगे ने वो सारे आर्टिफिशियल इंटैलीजेंस, मतलब जो कंप्यूटर नूं अपनी इंटैलीजेंसी दे नाल काम करता है, ठीक है। और ये कंप्यूटर्स बहुत ही ज़्यादा यूज़र फ्रेंडली इंटरफेस दे नाल, मल्टीमीडिया फीचर्स, ठीक है। और फॉर द एंटरटेनमेंट, और मोर स्पीड, स्मॉल साइज़, लैस पावर कंजम्पशन, ठीक है। और इन्हां नूं असी फिफ्थ जनरेशन कंप्यूटर का मेन गोल है कि इस तरह के कंप्यूटर्स अरेंज करना जिन्हां नूं ईजीली किसी भी लैंगुएज दे विच यूज़ किया जा सके, और ये एक रोबोट की तरह काम करते हैं, ठीक है। जिन्हां नूं सिर्फ आपां बोल के भी इंस्ट्रक्शंस दे सकते हैं और उहदे अकॉर्डिंग ही अपनी आउटपुट्स होणगियां, ठीक है बेटा। ये है तुहाडे फिफ्थ जनरेशन कंप्यूटर। सो ये टॉपिक तुहाडा कंप्लीट होंदा है ऑफ द 5 जनरेशनस, जिहड़ा बहुत ईजी है, तुसीं इहनूं कर लेना है। और नैक्सट टॉपिक लिए मैं नैक्सट वीडियो सेंड करूँगी। ओके बेटा, टेक केयर।